ਕਵੀ ਸੰਤੋਖ ਸਿੰਘ ਜੀ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੇ ਅੰਦਰ ਦਰਸਾ ਰਹੇ ਸਨ। ਇੱਕ ਪਾਸੇ ਸੰਗਲਾ ਦੀਪ ਦਾ ਰਾਜਾ ਸ਼ਿਵਨਾਭ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਯਾਦ ਕਰ ਰਿਹਾ ਸੀ। ਦੂਸਰੇ ਪਾਸੇ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਸੇਵਕ ਭਾਈ ਮਰਦਾਨਾ ਜੀ ਨੂੰ ਆਖਦੇ ਹੈ, ਆਪਾਂ ਇਸ ਜਗਤ ਜਲੰਦੇ ਨੂੰ ਤਾਰਨ ਵਾਸਤੇ ਜਾਣਾ ਹੈ, ਸੋਧਣ ਵਾਸਤੇ ਜਾਣਾ ਹੈ। ਇਸ ਸੜ ਰਹੀ ਬਲ ਰਹੀ ਲੁਕਾਈ ਨੂੰ ਸੱਚ ਦਾ ਰਸਤਾ ਵਿਖਾਉਣ ਵਾਸਤੇ ਜਾਣਾ ਹੈ। ਜਦੋਂ ਇਸ ਗੱਲ ਦਾ ਪਤਾ ਲੱਗਦਾ ਹੈ, ਸਤਿਕਾਰਯੋਗ ਪਿਤਾ ਮਹਿਤਾ ਕਲਿਆਣ ਦਾਸ ਜੀ, ਮਾਤਾ ਤ੍ਰਿਪਤਾ ਦੇਵੀ ਜੀ ਨੂੰ ਤੇ ਸਾਰਾ ਪਰਿਵਾਰ ਰਾਏ ਬੁਲਾਰ ਜੀ ਨੂੰ ਜਾ ਕੇ ਬੇਨਤੀ ਕਰਦਾ ਹੈ ਕਿ ਰਾਏ ਜੀ ਤੁਸੀਂ ਕੁਝ ਵੀ ਕਰੋ, ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਇਸ ਤਲਵੰਡੀ ਨਗਰ ਦੇ ਵਿੱਚ ਹੀ ਰੱਖ ਲਵੋ। ਉਹਨਾਂ ਨੂੰ ਤੁਸੀਂ ਕਹੋ ਕਿ ਉਹ ਤਲਵੰਡੀ ਨੂੰ ਛੱਡ ਕੇ ਬਾਹਰ ਕਿਧਰੇ ਨਾ ਜਾਣ, ਭਾਵੇਂ ਕੋਈ ਕੰਮ ਨਾ ਕਰਨ, ਇੱਥੇ ਰਹਿਣ, ਪਰ ਫਿਰ ਵੀ ਸਾਡਾ ਇੱਕੋ ਇੱਕ ਪੁੱਤਰ ਹੈ, ਸਾਡੀਆਂ ਅੱਖਾਂ ਦੇ ਸਾਹਮਣੇ ਰਹਿਣਾ ਚਾਹੀਦਾ ਹੈ। ਜਦੋਂ ਰਾਏ ਬੁਲਾਰ ਜੀ ਨੇ ਮਾਤਾ ਤ੍ਰਿਪਤਾ ਦੇਵੀ ਜੀ, ਮਹਿਤਾ ਕਲਿਆਣ ਦਾਸ ਜੀ ਦੀ ਇਸ ਬੇਨਤੀ ਨੂੰ ਸੁਣਿਆ, ਉਹਨਾਂ ਨੇ ਉਸੇ ਵਕਤ ਆਪਣੇ ਇੱਕ ਸੇਵਕ ਨੂੰ ਭੇਜਿਆ, ਜਾਓ ਜਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬੁਲਾ ਕੇ ਲਿਆਓ। ਸੇਵਕ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਣ ਕੇ ਬੇਨਤੀ ਕਰਦਾ ਹੈ ਕਿ ਸਤਿਗੁਰੂ ਜੀ, ਰਾਏ ਬੁਲਾਰ ਜੀ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਹੈ, ਤੁਸੀਂ ਕਿਰਪਾ ਕਰਕੇ ਰਾਏ ਜੀ ਨੂੰ ਆਪਣੇ ਦਰਸ਼ਨ ਬਖਸ਼ਿਸ਼ ਕਰੋ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸੁਨੇਹਾ ਮਿਲਦਾ, ਸਤਿਗੁਰੂ ਨਾਲ ਤੁਰਦੇ ਹੈ। ਰਾਏ ਬੁਲਾਰ ਜੀ ਕੀ ਕਹਿਣਗੇ, ਸਤਿਗੁਰੂ ਸਾਹਿਬ ਜੀ ਕੀ ਅੱਗੋਂ ਅਨਸਰ ਦੇਣਾ ਕਰਨਗੇ, ਜਵਾਬ ਦੇਣਾ ਕਰਨਗੇ। ਇਸ ਪ੍ਰਸੰਗ ਦੇ ਰਾਹੀਂ ਕਵੀ ਸੰਤੋਖ ਸਿੰਘ ਜੀ ਦਰਸਾ ਰਹੇ ਨੇ। ਲੜੀਵਾਰ ਇਤਿਹਾਸ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਆਪ ਸਮੂਹ ਸੰਗਤ ਰਸਨਾ ਤੋਂ ਉਚਾਰਨ ਕਰਿਓ। ਸਾਰੇ ਆਖਿਓ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸੇਵਕ ਨੇ ਆਣ ਕੇ ਦੱਸਿਆ ਕਿ ਰਾਏ ਬੁਲਾਰ ਜੀ ਤੁਹਾਨੂੰ ਸੱਦਦੇ ਹਨ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਗੱਲ ਨੂੰ ਸੁਣਿਆ ਹੈ। ਆਪਣੇ ਆਸਨ ਤੋਂ ਸਤਿਗੁਰੂ ਉੱਠਦੇ ਹਨ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਰਾਏ ਬੁਲਾਰ ਜੀ ਦੇ ਕੋਲ ਜਾਂਦੇ ਹੈ, ਰਾਏ ਬੁਲਾਰ ਨੇ ਦੂਰੋਂ ਹੀ ਆਉਂਦੇ ਹੋਏ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਤੱਕਿਆ ਤੇ ਬੜਾ ਖੁਸ਼ ਹੋਇਆ ਹੈ। ਜਦੋਂ ਰਾਏ ਬੁਲਾਰ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਉਂਦਿਆਂ ਵੇਖ ਕੇ ਉੱਠਣ ਲੱਗੇ, ਆਪਣੇ ਪਲੰਘ ਤੋਂ ਉਤਰ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਵਾਸਤੇ ਖੜੇ ਹੋਣ ਲੱਗੇ ਤੇ ਸਤਿਗੁਰੂ ਨੇ ਛੇਤੀ ਦੇ ਨਾਲ ਰਾਏ ਬੁਲਾਰ ਨੂੰ ਉੱਠਣ ਤੋਂ ਰੋਕ ਦਿੱਤਾ ਹੈ। ਰਾਏ ਬੁਲਾਰ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਨਮਸਕਾਰ ਕੀਤੀ ਹੈ। ਸਤਿਗੁਰੂ ਨੂੰ ਉੱਚੇ ਥਾਂ ਤੇ ਬਿਰਾਜਮਾਨ ਕੀਤਾ। ਰਾਏ ਬੁਲਾਰ ਆਪ ਨੀਵੀਂ ਥਾਂ ਤੇ ਬੈਠੇ ਹਨ। ਰਾਏ ਬੁਲਾਰ ਜੀ ਕਹਿਣ ਲੱਗੇ, ਕਹਿੰਦੇ ਨਾਨਕ ਜੀ, ਤੁਹਾਡੇ ਪਿਤਾ ਮਹਿਤਾ ਕਾਲੂ ਜੀ, ਮਾਤਾ ਤ੍ਰਿਪਤਾ ਦੇਵੀ ਜੀ ਤੁਹਾਡੇ ਵਿਛੋੜੇ ਨੂੰ ਜਾਰ ਨਹੀਂ ਸਕਦੇ। ਉਹ ਤੁਹਾਡੇ ਮੋਹ ਦੇ ਬੰਧਨ ਦੇ ਵਿੱਚ ਬੱਝੇ ਹੋਏ ਹਨ। ਉਹ ਤੁਹਾਡੇ ਮੋਹ ਦੇ ਇਸ ਸਾਗਰ ਦੇ ਵਿੱਚ ਡੁੱਬੇ ਹੋਏ ਹਨ। ਕਹਿੰਦੇ ਕਿ ਤੁਸੀਂ ਤੇ ਜਾਣੀ ਜਾਣ ਹੋ ਨਾ, ਤੁਸੀਂ ਜਾਣਦੇ ਹੋ, ਸਾਰੇ ਦੁੱਖਾਂ ਨੂੰ ਜਾਣਦੇ ਹੋ। ਤੁਹਾਡਾ ਇੱਕੋ ਇੱਕ ਆਸਰਾ ਹੈ ਉਹਨਾਂ ਨੂੰ, ਤੇ ਜੇ ਤੁਸੀਂ ਵੀ ਉਹਨਾਂ ਦਾ ਆਸਰਾ ਛੱਡ ਕੇ ਚਲੇ ਜਾਓਗੇ ਤੇ ਉਹਨਾਂ ਦਾ ਕੀ ਬਣੇਗਾ। ਕਹਿੰਦੇ ਫਿਰ ਜਾਂ ਫਿਰ ਦੂਸਰਾ ਰਸਤਾ ਹੈ, ਜਾਂ ਫਿਰ ਉਹਨਾਂ ਨੂੰ ਗਿਆਨ ਦਾ ਉਪਦੇਸ਼ ਦਿਓ। ਉਹਨਾਂ ਨੂੰ ਗਿਆਨ ਦੇ ਨਾਲ ਉਹਨਾਂ ਦੇ ਮਨ ਦੇ ਉੱਪਰੋਂ ਮੋਹ ਜਿਹੜਾ ਹੈ ਨਾ, ਉਹ ਦੂਰ ਕਰ ਦੇਣਾ ਕਰੋ।
ਘਰੇ ਸੁਖ ਪਾਈ। ਜਾਂ ਫਿਰ ਤੁਸੀਂ ਉਹਨਾਂ ਦੇ ਕੋਲ ਰਹੋ ਤਾਂ ਕਿ ਉਹਨਾਂ ਨੂੰ ਧੀਰਜ ਮਿਲਦਾ ਰਹੇ, ਅੱਖਾਂ ਦੇ ਸਾਹਮਣੇ ਤੁਸੀਂ ਨਜ਼ਰ ਆਉਂਦੇ ਰਹੋ ਤੇ ਉਹ ਪਰਿਵਾਰ ਸੁਖੀ ਰਵੇ। ਦੋ ਹੀ ਤਰੀਕੇ ਹੈ, ਜਾਂ ਤੇ ਉਹਨਾਂ ਦੇ ਮਨ ਤੋਂ ਮੋਹ ਦੂਰ ਕਰ ਦਿਓ, ਉਹਨਾਂ ਨੂੰ ਵੀ ਉਪਦੇਸ਼ ਦੇ ਦਿਓ, ਤੇ ਜਾਂ ਫਿਰ ਤੁਸੀਂ ਉਹਨਾਂ ਦੇ ਕੋਲ ਰਹਿਣਾ ਕਰੋ। ਆਏ ਜੀ ਕਾਰਜ ਜਾਣ ਕੇ ਜਾਨੋ, ਗਿਆਨ ਬਖਾਨ ਤੇ ਆਨੰਦ ਜੋਈ। ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਕਹਿਣ ਲੱਗੇ, ਕਹਿੰਦੇ ਰਾਏ ਜੀ ਆ ਤੁਸੀਂ ਕੀ ਕਹਿ ਰਹੇ ਹੋ ਕਿ ਗਿਆਨ ਦਾ ਉਪਦੇਸ਼ ਜਿਹੜਾ ਉਹਨਾਂ ਨੂੰ ਦੇਣਾ ਕਰੋ, ਇਹ ਕਿਵੇਂ ਦੀ ਗੱਲ ਹੈ? ਪਾਏ ਸਮਾ ਹੋਏ ਜਾਓ ਪ੍ਰਾਪਤ, ਪਾਰ ਪਰੇ ਪਉ ਬੰਧਨ ਖੋਈ। ਕਹਿਣ ਲੱਗੇ ਸਾਰਾ ਸੰਸਾਰ ਜਿਹੜਾ ਹੈ ਨਾ, ਇਹ ਸਾਰਾ ਸੰਸਾਰ ਹੀ ਮੋਹ ਦੇ ਵਿੱਚ ਬੱਝਾ ਹੋਇਆ ਹੈ। ਇੱਥੇ ਕਦੇ ਮਿਲਾਪ ਵੀ ਹੁੰਦਾ ਹੈ, ਕਦੇ ਵਿਛੋੜਾ ਵੀ ਪੈਂਦਾ, ਸੰਜੋਗ ਵੀ ਹੈ, ਵਿਜੋਗ ਵੀ ਹੈ, ਭਾਵ ਮਿਲਾਪ ਵੀ ਹੈ, ਵਿਛੋੜਾ ਵੀ ਹੈ। ਇੱਥੇ ਤੇ ਸਮੇਂ ਦੇ ਨਾਲ ਨਾਲ ਵਿਛੋੜਾ ਵੀ ਪੈ ਜਾਂਦਾ ਹੈ, ਸਮੇਂ ਦੇ ਨਾਲ ਮਿਲਾਪ ਵੀ ਹੋ ਜਾਂਦਾ ਹੈ। ਨਾਕਾ ਸੁਮੇਲ ਬਨਿਓ ਜਗ ਮਾਇ ਸੰਜੋਗ, ਜੋਗ ਸਮੇਂ ਸਿਰ ਹੋਈ। ਕਹਿਣ ਲੱਗੇ ਕਿ ਆਪੇ ਹੀ ਸਮਾਂ ਪਾ ਕੇ ਜਿਹੜਾ ਹੈ ਨਾ ਉਹ ਗਿਆਨ ਹੋ ਜਾਏਗਾ, ਸਮਾਂ ਪਾ ਕੇ ਇਹਨਾਂ ਨੂੰ ਸਾਰੇ ਬੰਧਨਾਂ ਦਾ ਪਤਾ ਲੱਗ ਜਾਏਗਾ ਤੇ ਇਹ ਬੰਧਨਾਂ ਤੋਂ ਮੁਕਤੀ ਵੀ ਪ੍ਰਾਪਤ ਕਰ ਲੈਣਗੇ। ਗਿਆਨੀ ਸਮਾਨ ਰਹੇ ਜੁਗ ਤੇ ਜਗ, ਸ਼ੋਕ ਨਾ ਹਰਕਤ ਹੋਏ ਨਾ ਕੋਈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਜਿਨ੍ਹਾਂ ਨੂੰ ਗਿਆਨ ਹੋ ਜਾਂਦਾ ਹੈ ਨਾ, ਉਹ ਫਿਰ ਸੁੱਖ ਤੇ ਦੁੱਖ ਨੂੰ ਇੱਕੋ ਜਿਹਾ ਕਰਕੇ ਜਾਣਦੇ ਆ, ਵਿਛੋੜੇ ਨੂੰ ਵੀ ਤੇ ਮਿਲਾਪ ਨੂੰ ਵੀ ਇੱਕੋ ਜਿਹਾ ਕਰਕੇ ਜਾਣਦੇ ਹਨ। ਉਹਨਾਂ ਨੂੰ ਕੋਈ ਖੁਸ਼ੀ ਗਮੀ ਜਿਹੜੀ ਹੈ ਉਹ ਮੋਹ ਨਹੀਂ ਸਕਦੀ। ਆਏ ਪਨੇ ਮੁਖ ਕੋ ਜੋਰ ਬਿੰਦ, ਨਦੇਸ਼ ਬਨੀ ਮਰਕ ਰੰਦ ਤੁਮਾਰੀ। ਰਾਏ ਬੁਲਾਰ ਜੀ ਨੇ ਹੱਥ ਜੋੜੇ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਅੱਗੇ ਬੇਨਤੀ ਕਰਕੇ ਕਿਹਾ, ਸਤਿਗੁਰੂ ਆਪ ਜੀ ਦਾ ਹਰ ਹੁਕਮ ਜਿਹੜਾ ਉਹ ਮੇਰੇ ਵਾਸਤੇ ਸਿਰ ਮੱਥੇ ਹੈ। ਜੀ ਮਨ ਰੀਤ ਮਲਿੰਦ ਕੀ ਚਾਹਤ, ਜੇ ਕਰਨਾ ਪ੍ਰਕਾਸ਼ ਤੁਮਾਰੀ। ਕਹਿਣ ਲੱਗੇ ਮੇਰਾ ਮਨ ਤੇ ਇੱਕ ਭੋਰੇ ਦੀ ਤਰ੍ਹਾਂ ਹੈ, ਜਿਵੇਂ ਭੋਰਾ ਜਿਹੜਾ ਹੈ ਨਾ ਉਹ ਫੁੱਲ ਦੇ ਉੱਪਰ ਬੈਠ ਕੇ ਸੁਗੰਧੀ ਲੈਂਦਾ, ਰਸ ਲੈਂਦਾ ਹੈ। ਕਹਿੰਦਾ ਮੇਰਾ ਮਨ ਭੋਰੇ ਦੀ ਤਰ੍ਹਾਂ, ਮੈਂ ਆਪ ਜੀ ਦੇ ਚਰਨਾਂ ਦਾ ਭੋਰਾ ਬਣ ਚੁੱਕਾ ਹਾਂ ਤੇ ਮੇਰੇ ਵਾਸਤੇ ਤੇ ਆਪ ਜੀ ਦਾ ਹਰ ਹੁਕਮ ਸਿਰ ਮੱਥੇ ਹੈ। ਚਾਤਕ ਚਿਤ ਸਵਾਂਸੀ ਚਾਹਤ ਹੈ, ਰਸਨਾ ਘਾਂਸੀ ਬਚ ਬਾਰੀ। ਕਹਿੰਦੇ ਮੈਂ ਤੇ ਆਪ ਜੀ ਦੇ ਦਰਸ਼ਨਾਂ ਦੇ ਵਾਸਤੇ ਹਰ ਵਕਤ ਇਵੇਂ ਲੋਚਾ ਰੱਖਦਾ ਜਿਵੇਂ ਪਪੀਹਾ ਜਿਹੜਾ ਸਵੰਤੀ ਬੂੰਦ ਨੂੰ ਲੋਚਦਾ ਹੈ। ਪੰਬੀਹੇ ਦੇ ਸਿਰ ਵਿੱਚ ਇੱਕ ਵਾਰ ਸਵੰਤੀ ਬੂੰਦ ਪੈ ਜਾਵੇ ਤੇ ਕਹਿੰਦੇ 6 ਮਹੀਨੇ ਉਹਨੂੰ ਪਿਆਸ ਹੀ ਨਹੀਂ ਲੱਗਦੀ। ਤਾਂ ਹੀ ਸਤਿਗੁਰੂ ਨੇ ਜਦੋਂ ਦਰਸ਼ਨਾਂ ਦੀ ਗੱਲ ਕੀਤੀ ਤੇ ਇਹੀ ਕਿਹਾ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ। ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੇ, ਬਿਨ ਦਰਸ਼ਨ ਸੰਤ ਪਿਆਰੇ ਜੀ। ਰਾਏ ਬੁਲਾਰ ਕਹਿਣ ਲੱਗੇ, ਕਹਿੰਦੇ ਮੇਰਾ ਮਨ ਤੇ ਤੁਹਾਡੇ ਚਰਨਾਂ ਵਿੱਚ ਲੱਗਾ ਰਹਿੰਦਾ ਹੈ। ਆਪ ਕੋ ਫਰਮਾਇਸ਼ ਕੀ ਸੇਵ ਕਰੋ, ਸਫਲੀ ਸੁਖ ਹਮਾਰੀ। ਰਾਏ ਬੁਲਾਰ ਹੱਥ ਜੋੜ ਕੇ ਕਹਿਣ ਲੱਗੇ, ਕਹਿੰਦੇ ਸਤਿਗੁਰੂ ਮੇਰੇ ਤੇ ਕਿਰਪਾ ਕਰੋ, ਕੋਈ ਮੈਂ ਆਪ ਜੀ ਦੀ ਕੋਈ ਸੇਵਾ ਕਰ ਸਕਾਂ ਜਿਹਦੇ ਨਾਲ ਮੇਰਾ ਜੀਵਨ ਜਿਹੜਾ ਹੈ ਨਾ ਉਹ ਸਫਲ ਹੋ ਜਾਵੇ, ਜਿਹਦੇ ਨਾਲ ਮੈਂ ਇਹਨਾਂ ਸੰਸਾਰ ਦੇ ਬੰਧਨਾਂ ਤੋਂ ਮੁਕਤ ਹੋ ਜਾਵਾਂ, ਜਿਹਦੇ ਨਾਲ ਸੰਸਾਰ ਦੇ ਭਵਜਲ ਸੰਸਾਰ ਸਮੁੰਦਰ ਤੋਂ ਤਰ ਜਾਵਾਂ। ਉਹ ਤੇ ਨਾ ਸੇਵ ਭਈ ਤੁਮਰੀ ਕਸ਼, ਜਾ ਤੇਰੇ ਦਾ ਥਿਰਤਾ ਨ ਪਾਵੇ। ਕਹਿੰਦੇ ਜਿੰਨਾ ਚਿਰ ਮੈਂ ਆਪ ਜੀ ਦੀ ਸੇਵਾ ਨਹੀਂ ਨਾ ਕਰ ਲੈਂਦਾ, ਉਹਨਾਂ ਚਿਰ ਮੇਰਾ ਮਨ ਜਿਹੜਾ ਟਿਕਦਾ ਨਹੀਂ ਹੈ। ਮੇਰੇ ਮਨ ਨੂੰ ਸਕੂਨ ਤਾਂ ਹੀ ਮਿਲ ਸਕਦਾ ਜਦੋਂ ਮੈਂ ਆਪ ਜੀ ਦੀ ਸੇਵਾ ਕਰਦਾ ਹਾਂ। ਨਾ ਰਹੇ ਤਬ ਹੀਰਤ ਹੋ ਪਗ, ਸ਼੍ਰੋਣ ਸੁਨੋ ਬਚ ਹੀ ਹੁਲ ਸਾਵੇ। ਕਹਿੰਦੇ ਜੇਕਰ ਤੁਸੀਂ ਮੇਰੇ ਕੋਲ ਰਹੋ, ਨਾਲੇ ਮੈਂ ਤੁਹਾਡੇ ਦਰਸ਼ਨ ਕਰਦਾ ਹਾਂ, ਨਾਲੇ ਤੁਹਾਡੇ ਬਚਨ ਆਪਣੇ ਕੰਨਾਂ ਦੇ ਨਾਲ ਸੁਣਦਾ ਹਾਂ, ਤੇ ਤੁਹਾਡੇ ਬਚਨ ਸੁਣ ਸੁਣ ਕੇ ਮੈਨੂੰ ਬੜਾ ਚਾਅ ਮਿਲਦਾ ਹੈ। ਜਗਨਾਇਕ ਹੀ ਗਤਨਾਇਕ ਹੀ ਸਭ ਲਾਇਕ ਪ੍ਰੋਖ ਰਹਾਵੇ। ਕਹਿੰਦੇ ਤੁਸੀਂ ਮੇਰੇ ਵਾਸਤੇ ਮੁਕਤੀ ਦੇ ਦਾਤੇ ਹੋ, ਤੁਸੀਂ ਸਾਰਾ ਕੁਝ ਜਾਣਦੇ ਹੋ, ਸਾਰੇ ਸੰਸਾਰ ਦੀ ਪਿਰਤ ਪਾਲਣਾ ਕਰਨ ਵਾਲੇ ਹੋ, ਸਾਰਾ ਕੁਝ ਕਰਨ ਦੇ ਸਮਰੱਥ ਹੋ ਤੁਸੀਂ। ਪੂਰਨ ਰੂਪ ਪੁਰਾਤਨ ਪਾਵਨ, ਸ੍ਰੀ ਪਰਮੇਸ਼ਰ ਮੋਦ ਰਸਾਵੇ। ਕਹਿੰਦੇ ਮੈਨੂੰ ਪੁੱਛ ਕੇ ਵੇਖੋ, ਮੇਰੇ ਵਾਸਤੇ ਤੁਸੀਂ ਪਰਮਾਤਮਾ ਦਾ ਰੂਪ ਹੋ, ਮੇਰੀ ਆਤਮਾ ਮੰਨਦੀ ਹੈ ਕਿ ਤੁਸੀਂ ਪਰਮੇਸ਼ਰ ਦਾ ਸਰੂਪ ਹੋ।
ਸ੍ਰੀ ਗੁਰੂ ਆਸਨ ਬੈਨ ਪਨੇ ਜਿਵ ਸ਼ਾਵ ਸਰੀਰ ਪਿਓ ਸੰਗ ਹਮਾਰੇ। ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਪਾਵਨ ਮੁਖਾਰ ਬਿੰਦ ਤੋਂ ਕਹਿਣ ਲੱਗੇ ਹਨ, ਕਹਿੰਦੇ ਜਿਵੇਂ ਸਰੀਰ ਦਾ ਛਾਇਆ ਜਿਹੜਾ ਸਰੀਰ ਦੇ ਨਾਲ ਨਾਲ ਰਹਿੰਦਾ ਨਾ, ਰੋਸ਼ਨੀ ਪਵੇ ਤੇ ਪਰਛਾਵਾਂ ਪੈਂਦਾ ਸਰੀਰ ਦਾ, ਜਿੱਧਰ ਨੂੰ ਸਰੀਰ ਜਾਂਦਾ ਹੈ ਉਹ ਨਾਲ ਨਾਲ ਹੀ ਜਾਂਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਇਸ ਤਰ੍ਹਾਂ ਸਮਝਾਉਣ ਲੱਗੇ ਹਨ। ਪ੍ਰੀਤ ਰਹੋ ਬਿਰਚੀਤ ਕਰੋ ਗੁਰ ਪ੍ਰੀਤ ਭਰਾ ਸ਼ਰਧਾ ਜੂ ਤੁਮਾਰੇ। ਕਹਿੰਦੇ ਇਸ ਤਰ੍ਹਾਂ ਦੇ ਨਾਲ ਆਪਣੇ ਮਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੀਤ ਰੱਖਣਾ ਕਰੋ। ਜਿਵੇਂ ਸਰੀਰ ਦਾ ਤੇ ਪਰਛਾਵੇਂ ਦਾ ਆਪਸ ਵਿੱਚ ਸੰਬੰਧ ਹੈ, ਇਦਾਂ ਹੀ ਆਤਮਾ ਦਾ ਤੇ ਪਰਮਾਤਮਾ ਦਾ ਆਪਸ ਦੇ ਵਿੱਚ ਸੰਬੰਧ ਹੈ। ਇਵੇਂ ਕਰਕੇ ਪਰਮਾਤਮਾ ਦੇ ਚਰਨਾਂ ਦੇ ਨਾਲ ਪ੍ਰੀਤ ਕਰਨੀ ਚਾਹੀਦੀ ਹੈ। ਇਕ ਸਪੈ ਫਰਮਾਇਸ਼ੀ ਆਇਸ ਜਾ ਸਮ ਕੋਈ ਨਾ ਆਨ ਉਦਾਰੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਸਾਡੇ ਵਾਸਤੇ ਤੇ ਸਾਰਾ ਕੁਝ ਪਰਮਾਤਮਾ ਹੈ ਤੇ ਪਰਮਾਤਮਾ ਇੱਕ ਹੈ। ਉਹਦੀ ਆਗਿਆ ਤੋਂ ਬਿਨਾਂ ਹੋਰ ਕੁਝ ਵੀ ਹੋ ਨਹੀਂ ਸਕਦਾ। ਪੱਤਾ ਵੀ ਉਹਦੀ ਆਗਿਆ ਦੇ ਨਾਲ ਹੀ ਹਿਲਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਰਾਏ ਜੀ ਰਾਏ ਕੁਝ ਕਰਤਾਰ ਦੇ ਵੱਸ ਹੈ, ਪਰਮਾਤਮਾ ਦੇ ਵੱਸ ਹੈ, ਮੇਰੇ ਵੱਸ ਕੁਝ ਨਹੀਂ। ਜੋ ਕੁਝ ਕਰਨ ਵਾਲਾ ਹੈ ਉਹ ਕਰਤਾਰ ਪਰਮੇਸ਼ਰ ਹੈ। ਫਿਰ ਰਾਏ ਬੁਲਾਰ ਜੀ ਨੇ ਹੱਥ ਜੋੜੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਨਮਸਕਾਰ ਕਰਕੇ ਉਹਨੂੰ ਇਉਂ ਲੱਗਿਆ ਜਿਵੇਂ ਉਹਦੇ ਸਾਰੇ ਬੰਧਨ ਜਿਹੜੇ ਹਨ ਉਹ ਕੱਟੇ ਗਏ ਹਨ। ਜਦੋਂ ਫੁੱਲ ਜਿਹੜਾ ਹੈ ਦਿਨ ਵੇਲੇ ਫੁੱਲ ਖਿੜਦਾ ਹੈ ਤੇ ਉਹਦੇ ਤੇ ਆਣ ਕੇ ਭੌਰਾ ਬੈਠਦਾ ਹੈ, ਸ਼ਾਮ ਦੇ ਵਕਤ ਸਹਿਜੇ ਸਹਿਜੇ ਫੁੱਲ ਬੰਦ ਹੋ ਜਾਂਦਾ ਹੈ ਤੇ ਭੌਰਾ ਉਸ ਫੁੱਲ ਦੇ ਵਿੱਚ ਹੀ ਸਿਮਟ ਕੇ ਰਹਿ ਜਾਂਦਾ, ਵਿੱਚ ਹੀ ਖਤਮ ਹੋ ਜਾਂਦਾ। ਇੱਦਾਂ ਰਾਏ ਬੁਲਾਰ ਜੀ ਜਿਹੜੇ ਸਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦੇ ਭੋਰੇ ਬਣ ਚੁੱਕੇ ਸਨ, ਮਸਤ ਹੋ ਚੁੱਕੇ ਸਨ। ਅਸਲ ਵਿੱਚ ਉਹਨਾਂ ਨੂੰ ਆਪਣੇ ਅਸਲੇ ਦੀ ਸਾਰੀ ਸੋਝੀ ਪ੍ਰਾਪਤ ਹੋ ਚੁੱਕੀ ਸੀ। ਉਹਨਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲੋਂ ਗਿਆਨ ਦੀ ਪ੍ਰਾਪਤੀ ਜਿਹੜੀ ਕਰ ਲਈ ਸੀ। ਇੱਦਾਂ ਕਰਕੇ ਰਸ ਪ੍ਰਾਪਤ ਕਰਕੇ ਉਹ ਉਸ ਰਸ ਨੂੰ ਮਾਣਦੇ ਪਏ ਸਨ। ਕਹਿੰਦੇ ਕਿ ਰਾਏ ਬੁਲਾਰ ਜੀ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਵਰਗਾ ਹੋਰ ਕੋਈ ਨਜ਼ਰ ਨਹੀਂ ਸੀ ਆਉਂਦਾ। ਉਹ ਸਾਰਿਆਂ ਤੋਂ ਸ੍ਰੇਸ਼ਟ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਹੀ ਮੰਨਦੇ ਸਨ। ਹੁਣ ਜਿਸ ਵਕਤ ਰਾਤ ਪੈ ਜਾਂਦੀ ਹੈ ਤੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਉੱਠਦੇ ਨੇ ਰਾਏ ਬੁਲਾਰ ਜੀ ਦੇ ਕੋਲੋਂ ਤੇ ਆਪਣੇ ਘਰ ਨੂੰ ਚਲੇ ਜਾਂਦੇ ਹਨ। ਰਾਏ ਬੁਲਾਰ ਜੀ ਜਿਹੜੇ ਸਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲੋਂ ਵਿਛੜਨਾ ਵੀ ਨਹੀਂ ਸੀ ਚਾਹੁੰਦੇ, ਪਰ ਉਹਨਾਂ ਦੇ ਹੱਥ ਵੱਸ ਕੁਝ ਵੀ ਨਹੀਂ ਸੀ। ਰਾਏ ਬੁਲਾਰ ਜੀ ਆਪਣੇ ਮਨ ਹੀ ਮਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਧਿਆਨ ਧਰਦੇ ਪਏ ਸਨ, ਉਹਨਾਂ ਨੂੰ ਯਾਦ ਕਰ ਰਹੇ ਸਨ। ਰਾਤ ਦਿਨ ਉਹਨਾਂ ਦਾ ਧਿਆਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਲੱਗਿਆ ਰਹਿੰਦਾ ਸੀ। ਬਹੁਤ ਸਾਰੇ ਯਤਨ ਕੀਤੇ ਮਹਿਤਾ ਕਲਿਆਣ ਦਾਸ ਜੀ ਨੇ, ਚਾਚਾ ਲਾਲੂ ਜੀ ਨੇ, ਰਾਏ ਬੁਲਾਰ ਜੀ ਨੇ ਵੀ ਕਿ ਕਿਸੇ ਤਰੀਕੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਨਗਰ ਨੂੰ ਛੱਡ ਕੇ ਬਾਹਰ ਕਿਧਰੇ ਵੀ ਨਾ ਜਾਣ, ਦੁਨੀਆ ਨੂੰ ਤਾਰਨ ਵਾਸਤੇ ਬਾਹਰ ਨਾ ਜਾਣ, ਇੱਥੇ ਹੀ ਰਹਿਣ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਉਹ ਸਮਝਾ ਨਹੀਂ ਸਕੇ, ਭਾਵ ਰੋਕ ਨਹੀਂ ਸਕੇ। ਗੁਰੂ ਨਾਨਕ ਸਾਹਿਬ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਸਨ। ਉਸ ਵਕਤ ਰਾਏ ਬੁਲਾਰ ਜੀ ਜਿਹੜੇ ਸਨ ਉਹ ਕਹਿਣ ਲੱਗੇ, ਕਹਿੰਦੇ ਕਾਲੂ ਜੀ ਤੁਸੀਂ ਮਨ ਵਿੱਚ ਚਿੰਤਾ ਨਾ ਕਰਨੀ ਕਰੋ। ਮੈਂ ਇੱਕ ਗੱਲ ਤੁਹਾਨੂੰ ਦੱਸ ਦੇਣੀ ਚਾਹੁੰਦਾ ਹਾਂ ਕਿ ਤੁਹਾਡੇ ਕੋਈ ਚੰਗੇ ਕੀਤੇ ਹੋਏ ਪੁਰਾਣੇ ਕਰਮ ਹਨ।
ਕਹਿੰਦੇ ਜਿਹੜੇ ਤੁਹਾਡੇ ਪੁਰਾਣੇ ਕੋਈ ਚੰਗੇ ਕਰਮਾਂ ਦੇ ਕਰਕੇ ਤੁਹਾਡੇ ਘਰ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਵਰਗਾ ਪੁੱਤਰ ਜਿਹੜਾ ਹੈ ਨਾ ਉਹ ਪੈਦਾ ਹੋਇਆ ਹੈ, ਇਸ ਕਰਕੇ ਤੁਸੀਂ ਧੰਤਾ ਦੇ ਯੋਗ ਹੋ। ਤੇ ਸਤਿਗੁਰੂ ਦੀ ਪਾਵਨ ਬਾਣੀ ਨੇ ਵੀ ਕਿਹਾ, ਮਹਾਰਾਜ ਕਹਿੰਦੇ ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਇਓ। ਧੰਤਾ ਦੇ ਯੋਗ ਹਨ। ਰਾਏ ਬੁਲਾਰ ਕਹਿਣ ਲੱਗੇ ਤੁਸੀਂ ਧੰਤਾ ਦੇ ਯੋਗ ਹੋ, ਤੁਹਾਡੇ ਘਰ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਪ੍ਰਕਾਸ਼ਮਾਨ ਹੋਏ ਹਨ। ਧੰਨ ਪੁਲ ਧੰਨ ਤੁਮ ਕੁਲ ਦਾ ਸਭ ਕੀਨਾ। ਇੱਥੇ ਕਵੀ ਸੰਤੋਖ ਸਿੰਘ ਵੀ ਕਹਿੰਦੇ ਨੇ ਕਿ ਧੰਨ ਹੋ ਤੁਸੀਂ, ਤੁਹਾਡੇ ਵਾਰੇ ਜਾਈਏ, ਤੁਹਾਡੀ ਕੁੱਲ ਵੀ ਧੰਨ ਹੈ ਕਿ ਤੁਹਾਡੇ ਘਰ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਆਗਮਨ ਹੋਇਆ ਹੈ। ਰਾਏ ਬੁਲਾਰ ਕਹਿਣ ਲੱਗੇ, ਕਹਿੰਦੇ ਤੁਸੀਂ ਮਨ ਵਿੱਚ ਭੁਲੇਖਾ ਨਾ ਰੱਖਣਾ ਕਰੋ, ਆਪਣੇ ਭਰਮ ਜਿਹੜੇ ਛੱਡ ਦੇਣਾ ਕਰੋ, ਤੁਸੀਂ ਸੰਸਾਰ ਦੇ ਇਹਨਾਂ ਬੰਧਨਾਂ ਤੋਂ ਮੁਕਤ ਹੋ ਜਾਵੋਗੇ। ਨਾਲ ਹੀ ਰਾਏ ਬੁਲਾਰ ਕਹਿਣ ਲੱਗੇ, ਕਾਲੂ ਜੀ, ਲਾਲੂ ਜੀ, ਤੁਸੀਂ ਜਾ ਕੇ ਆਪਣੇ ਘਰਾਂ ਦੇ ਕੰਮ ਕਰਨਾ ਕਰੋ, ਮਨ ਵਿੱਚ ਚਿੰਤਾ ਜਿਹੜੀ ਹੈ ਨਾ ਉਹ ਨਾ ਰੱਖਣਾ ਕਰੋ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਇੱਥੇ ਰੱਖਣਾ, ਘਰ ਵਿੱਚ ਰੱਖਣਾ, ਇਹ ਸਾਡੇ ਵੱਸ ਦੀ ਗੱਲ ਨਹੀਂ, ਕਿਉਂਕਿ ਗੁਰੂ ਨਾਨਕ ਸਾਹਿਬ ਪ੍ਰਮਾਤਮਾ ਦਾ, ਰੱਬ ਦਾ ਰੂਪ ਹਨ। ਇਹ ਗੱਲਾਂ ਸੁਣ ਕੇ ਰਾਏ ਬੁਲਾਰ ਜੀ ਦੀਆਂ ਤੇ ਮਾਤਾ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ, ਉਹਨਾਂ ਦੇ ਮਨ ਵਿੱਚ ਧਰਵਾਸ ਆ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਘਰ ਆ ਜਾਂਦੇ ਹਨ। ਰਾਤ ਪੈ ਜਾਂਦੀ ਹੈ। ਮਾਤਾ ਜੀ ਕਹਿੰਦੇ ਨੇ, ਪੁੱਤਰ ਉੱਠੋ, ਆਓ ਤੁਹਾਨੂੰ ਭੋਜਨ ਛਕਾਉਣਾ ਕਰੀਏ। ਤੇ ਭੋਜਨ ਛਕਾਉਣ ਵਾਸਤੇ ਸਤਿਕਾਰਯੋਗ ਮਾਤਾ ਤ੍ਰਿਪਤਾ ਦੇਵੀ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਖਦੇ ਹਨ, ਮਾਤਾ ਤ੍ਰਿਪਤਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸੁੰਦਰ ਮੁਖੜੇ ਦੇ ਵੱਲ ਤੱਕਦੇ ਹਨ, ਤੱਕੀ ਜਾ ਰਹੇ ਹਨ ਤੇ ਬੜਾ ਸੁੱਖ ਮਿਲਦਾ ਹੈ। ਸਤਿਗੁਰੂ ਜੀ ਦੇ ਮਸਤਕ ਵੱਲ ਦੇਖਿਆ, ਮਾਂ ਬਾਰ-ਬਾਰ ਆਪਣੇ ਪੁੱਤਰ ਤੋਂ ਬਲਹਾਰ ਜਾ ਰਹੀ ਸੀ। ਉਸ ਵਕਤ ਮਾਤਾ ਜੀ ਕਹਿਣ ਲੱਗੇ, ਕਹਿੰਦੇ ਪੁੱਤਰ ਸਾਡਾ ਕੋਈ ਤੇਰੇ ਤੇ ਜ਼ੋਰ ਨਹੀਂ ਚੱਲ ਸਕਦਾ, ਤੈਨੂੰ ਜਿਵੇਂ ਚੰਗਾ ਲੱਗਦਾ ਹੈ ਤੂੰ ਉਸੇ ਤਰ੍ਹਾਂ ਹੀ ਕਰਨਾ ਕਰ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਐਸੀ ਕਿਰਪਾ ਦੀ ਦ੍ਰਿਸ਼ਟੀ ਸਤਿਕਾਰਯੋਗ ਮਾਤਾ ਜੀ ਦੇ ਉੱਪਰ ਪਾਈ, ਜਿਹਦੇ ਨਾਲ ਮਾਤਾ ਜੀ ਦੀ ਅਗਿਆਨਤਾ ਜਿਹੜੀ ਸੀ ਉਹ ਦੂਰ ਹੋ ਜਾਂਦੀ ਹੈ। ਕਹਿੰਦੇ ਕਿ ਮਾਤਾ ਜੀ ਦੇ ਬੰਧਨ ਜਿਹੜੇ ਸਨ ਕੱਟੇ ਗਏ, ਮੋਹ ਦੀਆਂ ਜੰਜੀਰਾਂ ਟੁੱਟ ਜਾਂਦੀਆਂ ਹਨ। ਇਉਂ ਕਿਹਾ ਜਾ ਸਕਦਾ, ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਦ੍ਰਿਸ਼ਟੀ ਦੇ ਨਾਲ ਹੀ ਮੁਕਤ ਹੋ ਜਾਂਦੇ ਹਨ। ਜਦੋਂ ਦੇਖਿਆ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਨਦਰ ਦੇ ਨਾਲ ਮਾਤਾ ਜੀ ਜਿਹੜੇ ਹਨ ਉਹ ਬੰਧਨਾਂ ਤੋਂ ਮੁਕਤ ਹੋ ਗਏ, ਫਿਰ ਪਿਤਾ ਮਹਿਤਾ ਕਲਿਆਣ ਦਾਸ ਜੀ ਆਉਂਦੇ ਹਨ। ਫਿਰ ਉਸ ਵਕਤ ਆਣ ਕੇ ਕਾਲੂ ਜੀ ਆਖਦੇ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸਮਝਾਉਣ ਦਾ ਯਤਨ ਕਰਦੇ ਨੇ। ਕਹਿੰਦੇ ਦੇਖ ਤੈਨੂੰ ਬਾਰ-ਬਾਰ ਕਿਵੇਂ ਕਹੀਏ, ਹੁਣ ਜਿਵੇਂ ਤੇਰੀ ਮਰਜ਼ੀ ਹੈ ਤੂੰ ਉਸੇ ਤਰ੍ਹਾਂ ਕਰਨਾ ਕਰ। ਕਹਿੰਦੇ ਕਿ ਸਾਡਾ ਇੱਕੋ ਇੱਕ ਪੁੱਤਰ ਹੈ, ਭਾਵ ਤੂੰ ਕੱਲਾ ਹੀ ਪੁੱਤਰ ਹੈ, ਸਾਡਾ ਸਹਾਰਾ ਹੈ ਤੂੰ ਜ਼ਿੰਦਗੀ ਦਾ, ਪਰ ਜੇ ਤੂੰ ਜਾਣਾ ਚਾਹੁੰਦਾ ਹੈ ਤੇ ਹੁਣ ਤੇਰੀ ਆਪਣੀ ਮਰਜ਼ੀ ਹੋਵੇਗੀ। ਏਦਾਂ ਕਰਕੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਾਲੂ ਜੀ ਜਿਹੜੇ ਸਨ ਉਹ ਕਹਿ ਰਹੇ ਸਨ। ਹੋਰ ਵੀ ਉਹਨਾਂ ਨੇ ਬਹੁਤ ਸਾਰੇ ਬਚਨ ਆਖਦਿਆਂ ਆਖਦਿਆਂ ਆਖ ਦਿੱਤੇ ਹਨ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਦਰ ਭਰ ਕੇ ਜਦੋਂ ਮਹਿਤਾ ਕਲਿਆਣ ਦਾਸ ਵਾਲੇ ਪਾਸੇ ਨੂੰ ਤੱਕਿਆ ਨਾ, ਜਦੋਂ ਆਪਣੀ ਕਿਰਪਾ ਦ੍ਰਿਸ਼ਟੀ ਮਹਿਤਾ ਕਾਲੂ ਜੀ ਦੇ ਉੱਪਰ ਪਾਉਣਾ ਕੀਤੀ, ਉਹਨਾਂ ਦੇ ਮਨ ਦਾ ਜਿਹੜਾ ਮੋਹ ਸੀ ਉਹ ਵੀ ਨਾਸ ਹੋ ਗਿਆ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਇਹ ਵਡਿਆਈ ਹੈ, ਸਤਿਗੁਰੂ ਦੀ ਇਹ ਦ੍ਰਿਸ਼ਟੀ ਹੈ, ਇਹ ਨਦਰੇ ਰਹਿਮਤ ਹੈ।
ਸਤਿਗੁਰੂ ਦੀ ਨਜ਼ਰ ਜਿਹਦੇ ਉੱਪਰ ਪੈਂਦੀ ਹੈ ਸੱਚਮੁੱਚ ਉਹ ਭਵ ਸਾਗਰ ਤੋਂ ਪਾਰ ਹੋ ਜਾਂਦਾ ਏ। ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਪਿਤਾ ਦੇ ਉੱਪਰ ਪਈ ਤੇ ਉਹਨਾਂ ਦਾ ਮੋਹ ਨਾਸ਼ ਹੋ ਗਿਆ ਹੈ। ਸ਼ਾਂਤ ਭਈ ਮਨ ਫੇਰ ਕਿਉ ਨੇ ਤੂਸ਼ਨ ਹੋਏ ਹੋ ਸੁਖ ਪਾਈ। ਜਿਵੇਂ ਕਰਕੇ ਜਿਹੜਾ ਸ਼ਿਕਾਰੀ ਹੈ ਨਾ, ਸ਼ਿਕਾਰ ਖੇਡਦਾ ਜਦੋਂ, ਤੇ ਉਹ ਸ਼ਿਕਾਰ ਕਰਕੇ ਉਹਨੂੰ ਫਸਾ ਲੈਂਦਾ ਆਪਣੇ ਜਾਲ ਵਿੱਚ। ਹੁਣ ਇਦਾਂ ਕਰਕੇ ਜਿਹੜੇ ਮਹਿਤਾ ਕਲਿਆਣ ਦਾਸ ਜੀ ਸਨ, ਉਹਨਾਂ ਦਾ ਮਨ ਜਿਹੜਾ ਹੈ ਨਾ ਉਹ ਸ਼ਾਂਤ ਚਿੱਤ ਹੋ ਗਿਆ, ਭਾਵ ਮਨ ਦੇ ਸਾਰੇ ਹਨੇਰੇ ਅਗਿਆਨਤਾ ਨਾਸ਼ ਹੋ ਗਈ ਹੈ। ਉੜ ਰਹੇ ਪਰਯੰਕ ਕੇ ਉੱਪਰ ਸ੍ਰੀ ਗੁਰੂ ਨਾਨਕ ਕੀ ਗਤ ਦਾਈ। ਫਿਰ ਮਹਿਤਾ ਕਲਿਆਣ ਦਾਸ ਜੀ ਜਿਹੜੇ ਹਨ ਉਹ ਚੁੱਪਚਾਪ ਉੱਥੋਂ ਚਲੇ ਜਾਂਦੇ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਰਾਤ ਪੈ ਜਾਂਦੀ ਹੈ, ਲੇਟ ਜਾਂਦੇ ਹਨ, ਭਾਵ ਕਿ ਉਸ ਵਕਤ ਗੁਰੂ ਨਾਨਕ ਸਾਹਿਬ ਮਹਾਰਾਜ ਰਾਤ ਦੇ ਵਕਤ ਆਰਾਮ ਕਰਦੇ ਹਨ। ਦੀਨ ਬਸੀ ਹੋਏ ਜੋਏ ਸੋਏ ਰਹੇ ਜਬ ਜਾਮਨ ਜਾਮ ਰਹੀ ਜਬ ਹੀ। ਰਾਤ ਬਤੀਤ ਹੁੰਦੀ ਹੈ। ਰਾਤ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਸੌਂ ਕੇ ਬਤੀਤ ਕਰਦੇ, ਅੰਮ੍ਰਿਤ ਵੇਲਾ ਹੁੰਦਾ ਹੈ, ਸਤਿਗੁਰੂ ਪਹਿਰ ਰਾਤ ਰਹਿੰਦੀ ਉੱਠ ਪੈਂਦੇ ਹਨ। ਆਲਸ ਸ਼ੋਰ ਉਠੇ ਕਰ ਨਾਨਕ ਦਾਸਨ ਕੋ ਸੁਖ ਦਾ ਸਭ ਹੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਉੱਠਦੇ ਹਨ, ਜਿਹੜੇ ਸਤਿਗੁਰੂ ਸੁੱਖ ਦੇਣ ਵਾਲੇ ਹਨ, ਦਇਆ ਦੇ ਭੰਡਾਰ ਹਨ, ਆਲਸਾਂ ਨੂੰ ਦੂਰ ਕਰ ਦੇਣ ਵਾਲੇ ਹਨ। ਸਤਿਗੁਰੂ ਅੰਮ੍ਰਿਤ ਵੇਲੇ ਉੱਠਦੇ ਹਨ। ਨਿਹਾਨ ਕੇ ਚਲੇ ਉਠ ਬਾਹਰ ਚੰਦ ਕੀ ਜੋਨ ਦਿਪੇ ਤਬ ਹੀ। ਰਾਤ ਦੀ ਚੰਦਰਮਾ ਦੀ ਰਾਤ ਹੋਣ ਕਰਕੇ ਸੋਹਣਾ ਚੰਦਰਮਾ ਲਿਸ਼ਕਦਾ ਪਿਆ ਸੀ, ਚਾਨਣ ਵਰਗੀ ਰਾਤ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਇਸ਼ਨਾਨ ਕਰਨ ਵਾਸਤੇ ਬਾਹਰ ਨੂੰ ਤੁਰ ਪੈਂਦੇ ਹਨ। ਭਗਤੀ ਪ੍ਰਕਾਸ਼ਨ ਕੋ ਸਭ ਦੇਸ਼ ਵਿਦੇਸ਼ ਚਲੇ ਅਬ ਹੀ। ਹੁਣ ਜਿਹੜੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਭਗਤੀ ਦਾ ਪ੍ਰਕਾਸ਼ ਕਰਨ ਵਾਸਤੇ, ਸੱਚ ਦਾ ਪ੍ਰਕਾਸ਼ ਕਰਨ ਵਾਸਤੇ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਸਤਿਗੁਰੂ ਉਸ ਚਾਨਣ ਨੂੰ ਫੈਲਾਉਣ ਵਾਸਤੇ ਚੱਲਣ ਲੱਗੇ ਸਨ। ਹਠੋਰ ਚਲੇ ਨ ਕੋਈ ਫਿਰੇ ਕੋ ਦੋਏ ਤਬੇ ਗਤ ਦਾਈ। ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਖੇਤਾਂ ਵਾਲੇ ਪਾਸੇ ਨੂੰ ਇਸ਼ਨਾਨ ਕਰਨ ਵਾਸਤੇ ਤੁਰਦੇ ਹੈ ਨਾ, ਤੇ ਉਸ ਵਕਤ ਕਵੀ ਸੰਤੋਖ ਸਿੰਘ ਕਹਿ ਰਹੇ ਨੇ ਕਿ ਜਦੋਂ ਸਤਿਗੁਰੂ ਗਏ ਤੇ ਕੋਈ ਖੂਹ ਜਿਹੜਾ ਹੈ ਨਾ ਅੰਮ੍ਰਿਤ ਵੇਲੇ ਨਹੀਂ ਸੀ ਚੱਲ ਰਿਹਾ। ਨੀਲ ਨ ਪਾਵਤ ਹੈ ਕਿ ਤੂੰ ਤੇ ਕਾਲ ਵਿਖੇ ਮੁਖ ਬਾਣੀ ਅਲਾਈ। ਜਦੋਂ ਫਿਰ ਵੇਖਿਆ ਦੋ ਖੂਹਾਂ ਦੇ ਉੱਪਰ ਸਤਿਗੁਰੂ ਗਏ, ਪਹਿਲਾ ਖੂਹ ਵੀ ਨਹੀਂ ਚੱਲ ਰਿਹਾ, ਦੂਜਾ ਵੀ ਨਹੀਂ ਚੱਲ ਰਿਹਾ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਿਧਰਿਓਂ ਵੀ ਪਾਣੀ ਜਿਹੜਾ ਹੈ ਨਾ ਉਹ ਜਦੋਂ ਜਲ ਪ੍ਰਾਪਤ ਨਾ ਹੋਇਆ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਕੀ ਗੱਲ ਹੈ, ਅੱਜ ਨਾ ਕੋਈ ਤਲਾਅ ਹੈ, ਨਾ ਇੱਥੇ ਅੱਜ ਕੋਈ ਪਾਣੀ ਚੱਲ ਰਿਹਾ, ਇਹ ਨਗਰੀ ਅੱਜ ਪਾਣੀ ਤੋਂ ਬਿਨਾਂ ਕਿਵੇਂ ਹੋ ਗਈ ਹੈ। ਕਹਿੰਦੇ ਰਾਏ ਬੁਲਾਰ ਜੀ ਨੇ ਇਹ ਗੱਲ ਨੂੰ ਸੁਣਿਆ, ਜਿਹੜੇ ਜਾਗਦੇ ਪਏ ਸਨ ਉਹਨਾਂ ਨੇ ਜਦੋਂ ਸੁਣਿਆ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਕਹਿ ਰਹੇ ਨੇ ਕਿ ਅੱਜ ਪਾਣੀ ਨਹੀਂ ਪ੍ਰਾਪਤ ਹੋਇਆ, ਇਸ਼ਨਾਨ ਕਰਨ ਦਾ ਮੌਕਾ ਨਹੀਂ ਮਿਲਿਆ। ਉਸੇ ਵੇਲੇ ਉਹਨਾਂ ਦੇ ਮਨ ਵਿੱਚ ਇੱਕ ਖਿਆਲ ਆਇਆ, ਇਹ ਕਿਵੇਂ ਹੋ ਸਕਦੇ, ਜਿਨ੍ਹਾਂ ਨੂੰ ਮੈਂ ਰੱਬ ਮੰਨਦਾ ਹੋਵਾਂ ਗੁਰੂ ਨਾਨਕ ਸਾਹਿਬ ਨੂੰ, ਉਹਨਾਂ ਨੂੰ ਅੰਮ੍ਰਿਤ ਵੇਲੇ ਅੱਜ ਪਾਣੀ ਨਾ ਮਿਲੇ ਇਸ਼ਨਾਨ ਕਰਨ ਵਾਸਤੇ। ਉਹਨਾਂ ਮਨ ਵਿੱਚ ਖਿਆਲ ਕੀਤਾ, ਕਹਿੰਦੇ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਪਰ ਇੱਕ ਸਰੋਵਰ ਤਿਆਰ ਕੀਤਾ ਜਾਵੇਗਾ। ਉਹਨਾਂ ਦੇ ਮਨ ਵਿੱਚ ਉਸੇ ਵੇਲੇ ਖਿਆਲ ਆਇਆ, ਸਰੋਵਰ ਬਣਾਵਾਂਗੇ, ਇੱਕ ਤਲਾਅ ਬਣਾਵਾਂਗੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਿਰਪਾ ਦੇ ਨਾਲ ਸਾਰਾ ਕੁਝ ਹੋਵੇਗਾ। ਕਵੀ ਸੰਤੋਖ ਸਿੰਘ ਕਹਿੰਦੇ ਰਾਏ ਬੁਲਾਰ ਨੇ ਹੁਕਮ ਦਿੱਤਾ, ਉਸੇ ਵੇਲੇ ਝਟਪਟ ਹੀ ਜਿਹੜਾ ਹੈ ਨਾ ਉਹ ਤਲਾਅ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਕਹਿੰਦੇ ਉਹ ਸਰੋਵਰ ਜਿਹਦੇ ਵਿੱਚੋਂ ਇਸ਼ਨਾਨ ਕਰਨ ਦੇ ਨਾਲ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ, ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਫਿਰ ਇਸ ਤਰ੍ਹਾਂ ਦੇ ਨਾਲ ਕਵੀ ਸੰਤੋਖ ਸਿੰਘ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਸੇਵਕਾਂ ਨੂੰ, ਬਾਲਾ ਮਰਦਾਨਾ ਜੀ ਨੂੰ ਆਪਣੇ ਕੋਲ ਬੁਲਾਇਆ ਹੈ। ਹਾਂਜੀ ਹਾਂਜੀ ਨਾਲ ਆਪਣੇ ਸਾਥੀਆਂ ਨੂੰ ਲੈ ਕੇ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਤੁਰਨ ਲੱਗੇ ਹਨ।
ਕਿੱਧਰ ਨੂੰ ਤੁਰਨ ਲੱਗੇ ਨੇ? ਜਗਤ ਜਲੰਦੇ ਨੂੰ ਤਾਰਨ ਵਾਸਤੇ ਤੁਰਨ ਲੱਗੇ ਨੇ। ਅੰਮ੍ਰਿਤ ਵੇਲੇ ਦਾ ਸਮਾਂ ਸੀ। ਸਤਿਗੁਰੂ ਨੇ ਤਲਵੰਡੀ ਤੋਂ ਚਾਲੇ ਪਾ ਦਿੱਤੇ ਹਨ। ਤਲੇ ਸੁਖ ਸਾਗਰ ਕੀ ਜੁਗ ਮੈਂ ਪੁਨ ਔਰ ਚਲਿਓ ਮਰਦਾਨਾ। ਕਹਿੰਦੇ ਦੋਵੇਂ ਹੀ ਸਾਥੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਚੱਲਦੇ ਹਨ। ਜੀ ਆਨੰਦ ਸਲੰਗ ਸੁਕੰਦ ਗੋਵਿੰਦ ਮੁਕੰਦ ਸਦਾ ਸੁਖ ਹਾਨਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਨੰਦ ਸਰੂਪ ਸਨ। ਸਤਿਗੁਰੂ ਮੁਕਤੀ ਦੇ ਦਾਤੇ ਸਨ। ਦੁੱਖਾਂ ਦਾ ਨਾਸ਼ ਕਰਨ ਵਾਲੇ ਸਨ। ਗੁਰੂ ਕੀ ਪਦ ਪੰਕਜ ਉਪਰ ਜਾਏ ਸਦੀਵ ਕਰੀ ਕਵੀ ਕੁਰਬਾਨਾ। ਕਵੀ ਸੰਤੋਖ ਸਿੰਘ ਕਹਿੰਦੇ ਨੇ, ਮੈਂ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੋਂ ਬਲਹਾਰ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਮੰਦ ਮੰਦ ਗਤ ਹੀ ਸੁੰਦਰੀ ਪਦ ਪਦਵੀ ਪਦ ਮੰਦ ਮੰਦ ਗਤ ਸੁੰਦਰੀ ਪਦ ਪਦਵੀ ਪਰ ਪਾਏ। ਕਵੀ ਸੰਤੋਖ ਸਿੰਘ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਨਿੱਕੀ ਨਿੱਕੀ ਚਾਲੇ ਆਪਣੇ ਰਸਤੇ ਦੇ ਉੱਪਰ ਜਿਹੜਾ ਤੁਰੇ ਜਾ ਰਹੇ ਸਨ। ਸਤਿਗੁਰੂ ਦੇ ਸੁੰਦਰ ਚਰਨ ਜਿਹੜੇ ਹੈ ਉਹ ਧਰਤੀ ਦੇ ਉੱਪਰ ਪੈਂਦੇ ਪਏ ਸਨ। ਮੈਂ ਪੁਨ ਮਰਦਾਨਾ ਦਊ ਸਤਿਗੁਰ ਪਿਛੇ ਜਾਏ। ਅੱਗੇ ਅੱਗੇ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜਾ ਰਹੇ ਸਨ, ਮਗਰ ਸਤਿਗੁਰੂ ਦੇ ਦੋਵੇਂ ਪਿਆਰੇ ਸਾਥੀ ਜਿਹੜੇ ਸਨ ਉਹ ਵੀ ਤੁਰੇ ਜਾ ਰਹੇ ਸਨ। ਹੇਤ ਭਗਤ ਸਰਤਾ ਵਿਸਤਾਰਨ ਨਾਨਕ ਰਾਏ ਜਗਤ ਨਿਸਤਾਰਨ। ਗੁਰੂ ਨਾਨਕ ਸਾਹਿਬ ਮਹਾਰਾਜ ਉਹ ਸਨ ਜਿਹੜੇ ਭਗਤੀ ਦੀ ਇੱਕ ਨਦੀ ਜਿਹੜੀ ਸੀ ਉਹ ਫੈਲਾ ਰਹੇ ਸਨ, ਜਿਹਦੇ ਨਾਲ ਸੰਸਾਰ ਦਾ ਪਾਰ ਉਤਾਰਾ ਹੋ ਸਕੇ। ਥਲ ਭਲੇ ਤੇ ਕੋਮਨ ਨੀਵਾ ਜੈ ਕੀਰਤਨ ਨੀਰਸ ਦੀਵਾ। ਕਹਿੰਦੇ ਜਿਹਨੇ ਜਿਹਨੇ ਆਪਣੇ ਮਨ ਨੂੰ ਨੀਵਾਂ ਕਰ ਲਿਆ, ਜਿਹਨੇ ਇਸ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਭਗਤੀ ਦੇ ਇਸ ਅੰਮ੍ਰਿਤ ਸਰੋਵਰ ਨਦੀ ਵਿੱਚ ਇਸ਼ਨਾਨ ਕਰ ਲਿਆ, ਕਹਿੰਦੇ ਉਹਨਾਂ ਦਾ ਮਨ ਪਵਿੱਤਰ ਹੋ ਗਿਆ ਹੈ। ਨਾਮ ਸਿਮਰਤਿ ਉਠ ਉਠ ਸੁਠ ਉਠ ਤੋ ਤਰੰਗਾ ਨਿਕਸਨ ਥਾਨ ਜਾ ਸਤ ਸੰਗਾ। ਕਹਿੰਦੇ ਕਿ ਸਤ ਸੰਗਤ ਦਾ ਇੱਕ ਐਸਾ ਸੋਮਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪ੍ਰਗਟ ਕੀਤਾ ਜਿਹਦੇ ਵਿੱਚ ਨਾਮ ਦੀਆਂ ਲਹਿਰਾਂ ਤਰੰਗਾਂ ਉੱਠਦੀਆਂ ਪਈਆਂ ਸਨ। ਧੰਮ ਗਿਆਨ ਅਧਿਕ ਦ੍ਰਿੜ ਕੂਲਾ ਤਨੇ ਨਿਕੰਦਨ ਕੋ ਅਨਕੂਲਾ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਗਿਆਨ ਦੇ ਨਾਲ ਜਿਹੜੇ ਸਨ ਅਗਿਆਨਤਾ, ਭਰਮ, ਭੁਲੇਖੇ, ਸਾਰਾ ਕੁਝ ਮਨੁੱਖੀ ਮਨਾਂ ਦੇ ਵਿੱਚੋਂ ਨਾਸ ਹੋ ਜਾਂਦਾ ਸੀ। ਹਰੇ ਬਪਟ ਕਲਮਲ ਕਲਿਆਣਾ ਮੂਲ ਖਾਏ ਬੇਗ ਬਸਲਾ। ਕਹਿੰਦੇ ਜਿਹੜਾ ਕਲਯੁਗ ਪੂਰੇ ਜ਼ੋਰਾਂ ਦੇ ਉੱਪਰ ਸੀ, ਕਲਯੁਗ ਦੇ ਵੱਡੇ ਵੱਡੇ ਦਰਖਤ ਲੱਗੇ ਸੀ, ਗੁਰੂ ਨਾਨਕ ਸਾਹਿਬ ਮਹਾਰਾਜ ਦੀ ਭਗਤੀ ਦੀ ਨਦੀ ਨੇ ਉਹ ਕਲਯੁਗ ਦੇ ਦਰਖਤ ਪੁੱਟ ਕੇ ਰੱਖ ਦਿੱਤੇ ਹਨ। ਗੁਰ ਸਿੱਖ ਜਾਨਾ ਜੰਤ ਪਾਰਾ ਬਿਸ਼ਰੀ ਨਹੀਂ ਲੀਨ ਸੁਖ ਭਾਰਾ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਇਹ ਭਗਤੀ ਦੀ ਨਦੀ ਵਹਿ ਰਹੀ ਸੀ। ਸਿੱਖਾਂ ਨੇ ਜਾ ਕੇ ਬੜੇ ਪ੍ਰੇਮ ਨਾਲ ਇਸ਼ਨਾਨ ਕਰਕੇ ਸਾਰੇ ਸੁੱਖਾਂ ਦੀ ਪ੍ਰਾਪਤੀ ਕੀਤੀ ਹੈ। ਕਹਿੰਦੇ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਇਸ ਭਗਤੀ ਦੀ ਨਦੀ ਵਿੱਚ ਜਾ ਕੇ ਟੁੱਬੀ ਮਾਰਦਾ ਹੈ ਨਾ, ਉਹਦੀ ਮਾਇਆ ਦੀ ਮੈਲ ਜਿਹੜੀ ਉਹ ਲੱਥ ਜਾਂਦੀ ਹੈ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਧਿਆਨ ਜੋੜਨ ਦੇ ਨਾਲ ਸੀਤਲਤਾ ਭਾਵ ਸੁਖ ਸ਼ਾਂਤੀ ਪ੍ਰਾਪਤ ਹੁੰਦੀ ਹੈ। ਕਹਿੰਦੇ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਜਾਂਦਾ ਹੈ ਨਾ, ਉਹਦਾ ਮਨ ਸਥਿਰ ਹੋ ਜਾਂਦਾ ਹੈ, ਭਾਵ ਉਹਦਾ ਮਨ ਫਿਰ ਕਦੇ ਡੋਲਦਾ ਨਹੀਂ ਹੈ। ਕਹਿੰਦੇ ਜਨਮਾਂ ਜਮਾਂਤਰਾਂ ਦੇ ਉਹਨਾਂ ਦੇ ਚੱਕਰ ਕੱਟੇ ਜਾਂਦੇ ਨੇ, ਬਾਰ-ਬਾਰ ਜੰਮਣ ਮਰਨ ਦੇ ਦੁੱਖ ਮਿਟ ਜਾਂਦੇ ਹੈ, ਉਹਨਾਂ ਨੂੰ ਸਦੀਵੀ ਸੁੱਖ ਪ੍ਰਾਪਤ ਹੋ ਜਾਂਦਾ ਹੈ। ਕਹਿੰਦੇ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਆ ਗਿਆ, ਜਿਹਨੇ ਸਤਿਗੁਰੂ ਦੀ ਉਸ ਭਗਤੀ ਦੀ ਨਦੀ ਵਿੱਚ ਟੁੱਬੀ ਮਾਰ ਲਈ, ਫਿਰ ਉਹਨੂੰ ਮੌਤ ਦਾ ਵੀ ਕੋਈ ਡਰ ਜਿਹੜਾ ਉਹ ਨਹੀਂ ਰਹਿ ਜਾਂਦਾ। ਕਹਿਣ ਲੱਗੇ ਉਹਨਾਂ ਦੇ ਅੰਦਰ ਦੀ ਤ੍ਰਿਸ਼ਨਾ ਖਤਮ ਹੋ ਗਈ, ਉਹਨਾਂ ਦੇ ਅੰਦਰ ਦਾ ਜਿਹੜਾ ਭਰਮ ਹੈ, ਭੁਲੇਖਾ ਹੈ, ਉਹ ਸਾਰਾ ਕੁਝ ਖਤਮ ਹੋ ਗਿਆ। ਜਿਹੜੇ ਭਾਗਹੀਨ ਲੋਕ, ਮੰਦ ਕਰਮਾਂ ਵਾਲੇ ਲੋਕ ਸਨ, ਉਹ ਚੰਗੇ ਕਰਮਾਂ ਵਾਲੇ ਬਣ ਜਾਂਦੇ ਹਨ। ਕਹਿੰਦੇ ਜਿੱਥੇ ਜਿੱਥੇ ਜਾ ਕੇ ਗੁਰੂ ਨਾਨਕ ਸਾਹਿਬ ਜੀ ਨੇ ਉਹ ਭਗਤੀ ਦੀ
ਨਦੀ ਜਿਹੜੀ ਹੈ ਨਾ ਉਹਦਾ ਫਲਾਅ ਕੀਤਾ, ਉਹਦਾ ਵਿਸਥਾਰ ਕੀਤਾ। ਸ੍ਰੇਸ਼ਟ ਲੋਕ ਜਿਹੜੇ ਸਨ ਉੱਥੇ ਆਣ ਕੇ ਇਸ਼ਨਾਨ ਕਰਦੇ ਪਏ ਸਨ। ਭਾਗਤੀ ਪ੍ਰਾਪਤ ਹੋਈ, ਕਵ ਸੰਤੋਖ ਸਿੰਘ ਸਿਮਰੇ ਸੋਈ। ਕਵੀ ਸੰਤੋਖ ਸਿੰਘ ਕਹਿੰਦੇ